It's like a hug by the Prime Minister to the Sikh community today. रियलाइज़ किया वो कितने सेंसिटिव हैं हर एक इशू पे. Prime Minister has won us all over by making it a national celebration. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਉੱਘੀਆਂ ਸਿੱਖ ਸ਼ਖਸੀਅਤਾਂ ਅਤੇ ਬੁੱਧੀਜੀਵੀਆਂ ਦੇ ਇੱਕ ਸਮੂਹ ਦੇ ਨਾਲ ਮੁਲਾਕਾਤ ਕੀਤੀ, ਜਿਸ ਨੂੰ ਸਿੱਖ ਵਫਦ ਨੇ ਭਾਈਚਾਰੇ ਲਈ ਜੱਫੀ ਵਾਂਗ ਦੱਸਿਆ। ਪ੍ਰਧਾਨ ਮੰਤਰੀ ਮੋਦੀ ਅਤੇ ਸਿੱਖ ਵਫਦ ਦਰਮਿਆਨ ਕਿਸਾਨ ਭਲਾਈ, ਨੌਜਵਾਨ ਸਸ਼ਕਤੀਕਰਨ, ਨਸ਼ਾ ਮੁਕਤ ਸਮਾਜ, ਰਾਸ਼ਟਰੀ ਵਿਦਿਅਕ ਨੀਤੀ, ਹੁਨਰ, ਰੁਜ਼ਗਾਰ, ਟੈਕਨੋਲੋਜੀ ਅਤੇ ਪੰਜਾਬ ਦੇ ਸਮੁੱਚੇ ਵਿਕਾਸ ਦੇ ਰਾਹ ਵਰਗੇ ਵਿਭਿੰਨ ਵਿਸ਼ਿਆਂ ਤੇ ਗੱਲਬਾਤ ਹੋਈ ਹੈ। ਪ੍ਰੋਫੈਸਰ ਚਰਨਜੀਤ ਸਿੰਘ ਸ਼ਾਹ, ਇੱਕ ਆਰਕੀਟੈਕਟ ਨੇ ਪੀਐਮ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਮੁਲਾਕਾਤ ਪੀਐਮ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਇੱਕ ਜੱਫੀ ਵਾਂਗ ਹੈ। ਅੱਜ ਮੈਂ ਪ੍ਰਧਾਨ ਮੰਤਰੀ ਤੋਂ ਜੋ ਵਿਚਾਰ ਲਿਆ ਉਹ ਇਹ ਹੈ ਕਿ ਧਰਮ ਅਤੇ ਭਾਈਚਾਰਾ ਮਹੱਤਵਪੂਰਨ ਹੈ, ਪਰ ਦੇਸ਼ ਦੀ ਏਕਤਾ ਵਧੇਰੇ ਮਹੱਤਵਪੂਰਨ है। It's like a hug by the Prime Minister to the Sikh community today. आज का इंटेक मुझे जो प्राइम मिनिस्टर साहब से मिला वो ये है कि कौम धर्म ज़रूरी है, लेकिन यूनिटी देश की उससे ज़्यादा ज़रूरी है। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿੱਖਾਂ ਦੀ ਭਲਾਈ ਬਾਰੇ ਵੀ ਚਰਚਾ ਕੀਤੀ ਗਈ। ਉਹਨਾਂ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਵਿੱਚ ਪੀਐਮ ਮੋਦੀ ਵਰਗਾ ਪ੍ਰਧਾਨ ਮੰਤਰੀ ਨਹੀਂ ਹੋਵੇਗਾ ਜੋ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਸਾਨੂੰ ਤਰੱਕੀ ਵੱਲ ਲੈ ਜਾ ਰਿਹਾ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਖਾਂ ਦੀ ਭਲਾਈ ਅਤੇ ਸਮੁੱਚੇ ਸਮਾਜ ਦੀ ਭਲਾਈ ਬਾਰੇ ਗੱਲਬਾਤ ਕੀਤੀ ਸੀ। ਪੀਐਮ ਮੋਦੀ ਨੇ ਪਿਛਲੇ 7 ਸਾਲਾਂ ਵਿੱਚ ਖਾਸ ਕਰਕੇ ਦਿੱਲੀ ਦੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ, ਜਿਸ ਤਰ੍ਹਾਂ ਉਹਨਾਂ ਨੇ SIT ਦਾ ਗਠਨ ਕੀਤਾ ਅਤੇ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ। ਉਸ ਲਈ ਅਸੀਂ ਪੀਐਮ ਮੋਦੀ ਦਾ ਵਿਸ਼ੇष तौर पे सम्मान करते हैं। इस देश के इतिहास के अंदर ऐसा प्रधानमंत्री शायद ही मिले जो हमेशा हर समुदाय को, ये नहीं कि खाली सिख समुदाय, सारों को इकट्ठा लेके चलने की बात की जाए। और जैसे उन्होंने आज हमें खुद इनवाइट करके यहाँ पर बातें की, जिस तरीके से हमको अपने विचार बताए कि जो इस देश को इकट्ठा करने के लिए जो हमारे मनों के अंदर में थी उसका भी बड़ी क्लैरिटी हुई। और मैं समझता हूँ कि प्रधानमंत्री जी ने जो पिछले 7 सालों में ख़ास तौर पर दिल्ली के सिखों के लिए जो SIT बना के 1984 के कातलों को अंदर किया, उसका दिल्ली के लोगों के अंदर बहुत उनका सत्कार है। ਚਾਰਟਰਡ ਅਕਾਊਂਟੈਂਟ ਚਰਨਜੀਤ ਸਿੰਘ ਨੰਦਾ ਨੇ ਕਿਹਾ ਕਿ ਨਰਿੰਦਰ ਮੋਦੀ ਵਰਗੇ ਆਗੂ ਪ੍ਰਧਾਨ ਮੰਤਰੀ ਵਜੋਂ ਭਾਰਤ ਦਾ ਭਵਿੱਖ ਉਜਵਲ ਹੈ। ਉਹਨਾਂ ਨੇ ਕਿਹਾ ਕਿ ਅੱਜ ਪੀਐਮ ਮੋਦੀ ਨਾਲ ਗੱਲਬਾਤ ਬਹੁਤ ਵਧੀਆ ਰਹੀ ਹੈ। ਇੰਨੇ ਵੱਡੇ ਨੇਤਾ ਨਾਲ ਗੱਲਬਾਤ ਕਰਨਾ ਬਹੁਤ ਹੀ ਹਾਵੀ ਸੀ। ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਪਾਰਟੀ ਨੂੰ ਦੇਸ਼ ਭਰ ਦੇ ਸਾਰੇ ਰਾਜਾਂ ਵਿੱਚ ਪੂਰਨ ਬਹੁਮਤ ਮਿਲ ਜਾਂਦਾ ਹੈ ਤਾਂ ਭਾਰਤ ਦਾ ਭਵਿੱਖ ਉਜਵਲ ਹੋਵੇਗਾ। आज मोदी साहब के साथ इंटरेक्शन बहुत बढ़िया रहा। एक इतने बड़े लीडर के साथ जमीनी तौर पर जुड़कर देश की छोटी छोटी समस्याओं पर डिस्कशन करना बहुत प्रभावी रहा। मैं ये कहना चाहता हूँ कि मोदी जी जैसा प्राइम मिनिस्टर अगर हम उनको पूर्ण बहुमत दें हर एक राज्य में, तो वो देश का मुस्तकबिल, देश का फ्यूचर प्रॉपर तरीके से बदल सकते हैं और हमें उस रास्ते में ले जा सकते हैं जिसके हम कामना करते रहे हैं। ਦਮਨਜੀਤ ਕੌਰ ਸੰਧੂ, ਮੈਂਬਰ ਮਾਹਿਰ ਪੈਨਲ ਨੈਸ਼ਨਲ ਕਮਿਸ਼ਨ ਫਾਰ ਵੂਮਨ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਨਾਲ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੇ ਚਰਚਾ ਕੀਤੀ। ਮੌਜੂਦਾ ਸਮੇਂ ਵਿੱਚ ਅਮੀਰ ਪਰਿਵਾਰਾਂ ਦੇ ਨੌਜਵਾਨ ਵੀ ਨਸ਼ਿਆਂ ਦੇ ਆਦੀ ਹੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਨੇ ਸਾਨੂੰ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਉਣ ਲਈ ਕਿਹਾ ਹੈ। Very important thing which we discussed today was the drug issue in Punjab. Now we see more of youth, even from enriched environments, from families which are doing very well socioeconomically, they're also getting into drugs. So sir was very interested in making us read more into the topic, explore more about the issue and raise concerns about such things at a larger level. ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬੱਬੂ ਤੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਰਾਸ਼ਟਰੀ ਪੱਧਰ ਤੇ ਮਨਾ ਕੇ ਅਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਕੀਤੇ ਜਾ ਰਹੇ ਕੰਮਾਂ ਨਾਲ ਸਾਨੂੰ ਸਾਰਿਆਂ ਨੂੰ ਜਿੱਤ ਲਿਆ ਹੈ। ਘੱਟ ਗਿਣਤੀ ਭਾਈਚਾਰੇ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਲੰਮਾ ਸਮਾਂ ਲੈਂਦੀਆਂ ਅਤੇ ਵਿਸ਼ਵ ਭਰ ਵਿੱਚ ਬੈਠੇ ਸਿੱਖ ਡਾਇਸਪੋਰਾ ਵਿੱਚ ਇਹ ਵੀ ਸੰਦੇਸ਼ ਵਿਸ਼ਵ ਤੱਕ ਪਹੁੰਚਦਾ ਹੈ। Prime Minister has won us all over by making it a national celebration. The celebration of the centenary year of 550th year of Guru Granth Sahib and of course Guru Tegh Bahadur ji की जो शताब्दी है वो
उसके लिए जो किया जा रहा है. So there is a lot that for a minority community all these things go a long way, and the message also transverses to the whole of the world among the Sikh diaspora sitting all over. ਤਖਤ ਹਜ਼ੂਰ ਸਾਹਿਬ ਬੋਰਡ ਦੇ ਸਾਬਕਾ ਚੇਅਰਮੈਨ ਡਾਕਟਰ ਪੀਐਸ ਪਸਰੀਚਾ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਾਲ ਗੈਰ ਰਸਮੀ ਮੁਲਾਕਾਤ ਦਾ ਮਾਹੌਲ ਸੀ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ. बहुत ही इतना इनफॉर्मल माहौल मैंने कभी सोचा भी नहीं था अपनी लाइफ में कि ऐसा हो सकता है. बहुत ही एक अच्छा महसूस हुआ जिस तरह उन्होंने समझने की कोशिश की कि सिखों के मन में क्या इश्यूज़ हैं, क्या उनकी एस्पिरेशंस हैं, क्या भावनाएं हैं और उनको कैसे रिजॉल्व किया जा सकता है. ਰਿਟਾਇਰ ਆਈਐਸ ਅਫਸਰ ਕੇਬੀਐਸ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੀ ਚਿੰਤਾ ਕਰਦੇ ਨੇ ਕੋਈ ਹੋਰ ਨਹੀਂ ਕਰ ਸਕਦਾ. जितना चिंतित और जितना कंसर्न्ड प्राइम मिनिस्टर श्री नरेंद्र मोदी जी हैं सिख समुदाय के लिए, कम से कम मैंने भी 37 साल की सर्विस की है रिटायरमेंट से पहले, इस तरह का मुझे देखने को नहीं मिला. और मैं समझता हूँ कि हर सिख को, हर पंजाबी को, हर इंडियन को उनके साथ कंधे से कंधा मिला के अपनी कम्युनिटी के लिए, अपने प्रदेश के लिए और अपने देश के लिए काम करना चाहिए. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ.